संत बाबा अमीर सिंह जी, डॉक्टर हरपाल सिंह जी पन्नू ते विद्यार्थियों ते विद्वान सज्जनों, वाहिगुरू जी का खालसा और वाहिगुरू जी की फतेह। मेरे धन भाग कि मैनू सद्दा आया। सवेरे एक गुरु गोबिंद सिंह स्टडी सर्कल एक फंक्शन सी, वो उठ के आना पिया क्योंकि इत्थे आना बहुत जरूरी सी। सब तो पहला मैं ਵਧਾਈ देना डॉक्टर पन्नू नूं कि उन्होंने 3 स्टूडेंट अपने लियाते ਜਿਹੜੇ ਉੱਥੇ ਸਪੁੱਤਰ ਕਪੁੱਤਰ ਦੀ ਗੱਲ ਤੇ ਪੁੱਤਰ ਦੀ ਹੋ ਰਹੀ ਸੀ ਨਾ, ਉਹ ਉਹਨਾਂ ਦੇ ਸਪੁੱਤਰ ਸਪੁੱਤਰੀਆਂ ਆਪਾਂ ਅੱਜ ਦੇਖੇ। ਤੇ ਉਹਨਾਂ ਤੇ ਕੋਈ ਵੀ ਟਿੱਪਣੀ ਕਰਨੀ ਕਿਸੇ ਸਿੱਖ ਨੂੰ ਸੋਭਦਾ ਨਹੀਂ, ਕਿਉਂ ਸਿੱਖ ਨੇ ਸਿੱਖਣਾ। ਉਹ ਸਿੱਖ ਰਹੇ ਨੇ, ਅਸੀਂ ਵੀ ਸਿੱਖ ਰਹੇ ਉਹਨਾਂ ਨਾਲ। ਇਹ ਜਿਹੜਾ ਸਰਬੱਤ ਦਾ ਭਲਾ ਹੈ, ਇਹ ਇੱਕ ਸਿਧਾਂਤ ਯੂਨੀਵਰਸਲ ਹੈ। ਮੈਂ 2008 'ਚ SGPC ਜੁਆਇਨ ਕੀਤੀ ਤੇ ਮੈਨੂੰ ਇੱਕ ਪੁੱਛਿਆ ਗਿਆ ਵੀ ਇਹ ਪ੍ਰਬੰਧ ਵਿੱਚ ਸੁਧਾਰ ਜੇ ਕੋਈ ਕਰਨਾ ਹੋਏ ਤਾਂ ਕੀ ਹੋ ਸਕਦਾ। ਮੈਂ ਕਿਹਾ ਜੀ, ਨਾ ਤਾਂ ਗੁਰੂ ਸਾਹਿਬ ਵੇਲੇ ਕੋਈ TV ਹੁੰਦੇ ਸੀ, ਨਾ ਹੀ ਕੋਈ ਇਸ਼ਤਿਹਾਰਬਾਜ਼ੀ ਹੁੰਦੀ ਸੀ, ਨਾ ਕੋਈ ਸ਼ਤਾਬਦੀਆਂ ਹੁੰਦੀਆਂ ਸੀ, ਅਤੇ ਨਾ ਹੀ ਪਖੰਡ ਹੁੰਦਾ ਸੀ। ਇੱਕ ਜਿਹੜਾ ਵਿਹਾਰ ਸੀ ਨਾ, ਉਹ ਵਿਹਾਰ ਹੀ ਪ੍ਰਚਾਰ ਸੀ। ਅਤੇ ਸਾਡੇ ਵਿਹਾਰ 'ਚ 3 ਲਫ਼ਜ਼ ਆ ਜਾਣ ਜਿਹੜੇ ਉਹ ਖ਼ਤਮ ਕਰ ਦਈਏ, ਤੂੰ ਮੈਂ ਅਤੇ ਓਏ। ਜਦੋਂ ਸਾਡੀ ਬੋਲੀ 'ਚੋਂ ਤੂੰ ਮੈਂ ਅਤੇ ਓਏ ਖ਼ਤਮ ਹੋ ਗਈ ਅਤੇ ਸਿੱਖ ਬਣਨ ਨੂੰ ਦੇਰ ਨਹੀਂ ਲੱਗਣੀ। ਸਾਡਾ ਵਿਹਾਰ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਾ। ਅਸੀਂ ਆਪਣੇ ਆਪ ਨੂੰ ਵਿਲੱਖਣ ਕਹਿ ਦਿੰਦੇ ਹਾਂ। ਵਿਲੱਖਣ ਤਾਂ ਬਣਾਇਆ ਸੀ, ਪਰ ਵਿਲੱਖਣ ਰਹੇ ਨਹੀਂ। ਹੁਣ ਚਾਹੇ ਵੇਦ ਹੈ, ਉਪਨਿਸ਼ਦ ਨੇ, ਗੁਰੂ ਗ੍ਰੰਥ ਸਾਹਿਬ ਆ, ਦਸਮ ਗ੍ਰੰਥ ਆ, ਬਾਈਬਲ ਹੈ, ਤੋਰਾ ਹੈ, ਜਿੰਨੇ ਵੀ ਧਰਮ ਗ੍ਰੰਥ ਨੇ, ਇਹਨਾਂ ਨੂੰ ਕਿਹਾ ਕਿ ਜਾਂਦਾ ਰਿਵੀਲਡ ਸਕ੍ਰਿਪਚਰ ਨੇ। ਹੁਣ ਜਦੋਂ ਰਿਵੀਲਡ ਨੇ ਅਤੇ ਰਿਵੀਲਡ ਨੇ, ਰਿਵੀਲ ਕਿੰਨੇ ਕੀਤੇ? ਪਰਮਾਤਮਾ ਨੇ। ਅਤੇ ਸਾਡੇ ਕਿਸੇ ਉਪਨਿਸ਼ਦ ਰਿਸ਼ੀ ਨੇ ਨਾਮ ਨਹੀਂ ਲਿਖਿਆ, ਸਾਡੇ ਗੁਰੂਆਂ ਨੇ ਵੀ ਨਾਂ ਨਹੀਂ ਲਿਖਿਆ। ਤੁਸੀਂ ਉੱਥੇ ਦੇਖੋਗੇ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਉਹ ਜਿਹੜਾ ਏਕੇ ਪੁਰਖ ਸਭੈ ਨਾਰ ਦਾ ਕਨਸੈਪਟ ਹੈ, ਪਰਮਾਤਮਾ ਜਿਸ ਨੇ ਰਿਵੀਲ ਕੀਤੀ ਅਤੇ ਉਹਦੀਆਂ ਨਾਰਾਂ ਨੇ ਜਿਹਦੇ ਥਰੂ ਉਹ ਰਿਵੀਲ ਹੋਈ ਹੈ। ਰਿਵੀਲਡ ਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਨਾ, ਉਹ ਇਹ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ 'ਤੇ ਜਾਂ ਦਸਮ ਗ੍ਰੰਥ 'ਤੇ ਹੋ ਰਿਹਾ। ਇਹ ਬੈਂਜਾਮਿਨ ਵਾਕਰ ਇੱਕ ਯੂਰਪੀਅਨ ਆਥਰ ਹੈ, ਉਹਨੇ ਪੂਰੀ ਕੁਰਾਨ ਸ਼ਰੀਫ 'ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਰਾਨ ਸ਼ਰੀਫ ਜਿਹੜੀ ਰਿਵੀਲਡ ਬਾਣੀ ਨਹੀਂ ਹੈ। ਕਿਉਂਕਿ ਜਦ ਮਨ 'ਚ ਸ਼ਰਧਾ ਹੀ ਨਹੀਂ, ਮਨ 'ਚ ਸ਼ਰਧਾ ਹੀ ਨਹੀਂ, ਤਾਂ ਧਰਮ ਕਿੱਥੋਂ ਉਤਪੰਨ ਹੋ ਜਾਏਗਾ। ਇਹ ਲਫ਼ਜ਼ ਜਿਹੜਾ ਰਿਲੀਜਨ ਹੈ ਨਾ, ਜਿੱਦਾਂ ਰਿਲੀਜਨ ਆਪਾਂ ਕਹਿੰਦੇ ਹਾਂ, ਰਿਲੀਜਨ ਵਰਡ ਗ੍ਰੀਕ ਵਰਡ ਗ੍ਰਿਲਿਜੋ ਤੋਂ ਹੋਇਆ, ਜਿਹਦਾ ਮਤਲਬ ਕਿ ਟੂ ਬਾਈਂਡ ਇਟ ਟੂਗੈਦਰ। ਅਤੇ ਅਸੀਂ ਇਸ ਕਿਰਿਆ 'ਚ ਪਏ ਹੋਇਆ ਕਿ ਮੇਰਾ ਧਰਮ ਗ੍ਰੰਥ ਸਭ ਤੋਂ ਉੱਤਮ ਹੈ, ਜਦ ਕਿ ਹੈ ਉਹ ਪਰਮਾਤਮਾ ਦਾ ਰਿਵੀਲਡ ਕੀਤਾ। ਆਦਿ ਗੁਰੂ ਗ੍ਰੰਥ ਸਾਹਿਬ, ਆਦਿ ਗੁਰੂ ਕੌਣ ਹੈ? ਪਰਮਾਤਮਾ। ਇਹ ਮੇਨ ਜਿਹੜੀ ਲੜਾਈ ਸਾਡੀ ਆ, ਉਹ ਸਰਬੱਤ ਦੇ ਭਲੇ ਦੀ ਇੱਥੋਂ ਹੀ ਸ਼ੁਰੂ ਹੁੰਦੀ ਆ ਕਿ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਧਾਰਮਿਕ ਗ੍ਰੰਥ ਦੇ ਤੌਰ 'ਤੇ ਨਹੀਂ, ਆਪਣੀ ਜਾਇਦਾਦ ਦੇ ਤੌਰ 'ਤੇ ਪੇਸ਼ ਕਰ ਰਹੇ। ਆਪਣੀ ਭਾਸ਼ਾ ਨੂੰ ਉੱਤਮ ਭਾਸ਼ਾ ਦੇ ਤੌਰ 'ਤੇ ਪੇਸ਼ ਕਰ ਰਹੇ ਹਾਂ। ਅਤੇ ਲੜਾਈ ਸਾਰੀ ਭਾਸ਼ਾ ਦੀ, ਧਰਮ ਗ੍ਰੰਥਾਂ ਦੀ, ਸਿਧਾਂਤਾਂ ਦੀ। ਸਿਧਾਂਤ ਜਿਹੜੇ ਨੇ ਉਹ ਸਮਝਾਏ ਨਹੀਂ ਜਾਂਦੇ। ਪੁਰਾਤਨ ਜਿੰਨੇ ਵੀ ਸਾਡੇ ਕਥਾਕਾਰ ਸਨ, ਉਹ ਸਿਧਾਂਤ ਸਮਝਾਉਂਦੇ ਸੀ। ਜਦੋਂ ਸਿਧਾਂਤ ਸਮਝਣ ਲੱਗ ਜਾਣ ਤਾਂ ਸਭ ਕੁਝ ਸਮਝ ਲੱਗ ਜਾਂਦਾ। ਪਰ ਅੱਜ ਪ੍ਰੋਬਲਮ ਸਾਡੇ ਲਈ ਆ ਰਹੀ ਹੈ, ਸਿੱਖਾਂ ਲਈ, ਕਿ ਸਰਬੱਤ ਦਾ ਭਲਾ ਤਾਂ ਅਸੀਂ ਬਹੁਤ ਕਰ ਰਹੇ ਹਾਂ, ਲੰਗਰ ਵੀ ਬਹੁਤ ਲਗਾਏ, ਖਿਲਾ ਵੀ ਰਹੇ ਹਾਂ, ਛਬੀਲਾਂ ਵੀ ਲਾ ਰਹੇ ਹਾਂ। ਤੁਸੀਂ ਦੇਖੋ ਸਾਡੀ ਜਿਹੜੀ ਖਾਲਸਾ ਏਡ ਸੁਸਾਇਟੀ, ਇੱਕ ਇੰਟਰਨੈਸ਼ਨਲ ਸੁਸਾਇਟੀ, ਉਹ ਸੀਰੀਆ ਤੱਕ ਜਾ ਬੜੀ। ਇਹ ਹੈ ਉਹੀ ਸਿਧਾਂਤ। ਹੁਣ ਮੈਨੂੰ ਦੱਸੋ ਕਿਹੜੇ ਲੋਕ ਨੇ
ਜਿਨ੍ਹਾਂ ਨੂੰ ਅੱਛੇ ਬੰਦਿਆਂ ਦੀ ਜ਼ਰੂਰਤ ਨਹੀਂ। ਬਸ ਅੱਛੇ ਜਦੋਂ ਬੰਦੇ ਬਣ ਜਾਂਦੇ ਨੇ ਤੇ ਲੋਕ ਕਹਿੰਦੇ ਸਾਨੂੰ ਰਾਜੇ ਐਸੇ ਚਾਹੀਦੇ ਨੇ। ਤੇ ਅਸੀਂ ਆਪਣਾ ਪ੍ਰਚਾਰ ਹੈ ਕਿ ਅਸੀਂ ਆਪਣਾ ਭਲਾ ਨਹੀਂ ਕਰ ਰਹੇ, ਸਰਬੱਤ ਦਾ ਭਲਾ ਦੀ ਅਰਦਾਸ। ਬੀਬਾ ਜੀ ਨੇ ਦੱਸਿਆ ਕਿ ਅਰਦਾਸ ਹੀ ਨਹੀਂ ਕਰਨੀ ਚਾਹੀਦੀ, ਅਮਲ ਵੀ ਹੋਣੇ ਚਾਹੀਦੇ ਨੇ। ਅੱਜ ਸਿੱਖ ਜਿੰਨੀਆਂ ਵੀ ਚੀਜ਼ਾਂ ਦੇ ਸ਼ਿਕਾਰ ਨੇ, ਜਿੰਨੀਆਂ ਵੀ ਵਿਵਾਦਾਂ ਦੇ ਵਿੱਚ ਸ਼ਿਕਾਰ ਨੇ, ਉਹ 1882 ਤੋਂ, ਮੈਂ ਜੋ ਸਟੱਡੀ ਕੀਤਾ 1882 ਤੋਂ ਸ਼ੁਰੂ ਹੋਇਆ। ਸਰਕਾਰਾਂ ਕਰਾ ਰਹੀਆਂ ਔਰ ਸਿੱਖਾਂ ਦੇ ਥਰੂ ਹੀ ਕਰਾ ਰਹੀਆਂ, ਸਿੱਖਾਂ ਦੇ ਥਰੂ ਹੀ ਕਰਾ ਰਹੇ ਨੇ। ਪੈਰਲਲ ਗ੍ਰੰਥ ਵੀ ਬਣੇ, ਚਾਹੇ ਮੀਣਿਆਂ ਦਾ ਗ੍ਰੰਥ ਬਣਿਆ, ਪਰ ਸਾਡੇ ਗੁਰੂਆਂ ਨੇ ਉਹਨਾਂ ਨਾਲ ਕਦੀ ਉਲਝੇ ਨਹੀਂ। ਉਹਨਾਂ ਦੀ ਬਾਣੀ ਆਈ 6ਵੇਂ 7ਵੇਂ 8ਵੇਂ ਮਹਿਲੇ ਦੇ ਅੰਡਰ, ਮੀਣਿਆਂ ਦਾ ਅਗਰ ਗ੍ਰੰਥ ਹੈ। ਅਤੇ ਸਾਡੇ 6ਵੇਂ 7ਵੇਂ 8ਵੇਂ ਗੁਰੂਆਂ ਨੇ ਬਾਣੀ ਨਹੀਂ ਰਚੀ, ਉਹ ਖਤਮ ਹੋ ਗਈ। ਅਤੇ ਉਹਨਾਂ ਦੀ 90 ਕੁ ਸਾਲ ਉਹਨਾਂ ਦੀ ਇੱਕ ਪੀੜ੍ਹੀ ਚੱਲੀ ਅਤੇ ਆਪਣੇ ਆਪ ਹਰਿਮੰਦਰ ਸਾਹਿਬ ਵੀ ਖਾਲੀ ਕਰ ਗਏ। ਸਾਨੂੰ ਉਲਝਾਇਆ ਜਾ ਰਿਹਾ, ਅਸੀਂ ਉਲਝ ਰਹੇ ਹਾਂ। ਸਾਡੀ ਸਾਰੀ ਜਿਹੜੀ ਸ਼ਕਤੀ ਹੈ ਉਹਨਾਂ ਨੂੰ ਸਵਾਲ ਜਵਾਬ 'ਤੇ ਲੱਗੀ ਹੈ। ਅਸੀਂ ਆਪਣੇ ਜਿਹੜੇ ਸਾਨੂੰ ਸਿਧਾਂਤ ਦਿੱਤੇ ਨੇ ਨਾ ਸਰਬੱਤ ਦੇ ਭਲੇ ਦੇ, ਉਹਦੇ 'ਚ ਬੜਾ ਕੁਛ ਹੈ। ਸੇਵਾ ਵੀ ਹੈ, ਸਿਮਰਨ ਵੀ ਹੈ, ਸਿਦਕ ਵੀ ਹੈ, ਸਤ ਸੰਤੋਖ ਵੀ ਹੈ। ਇਹ ਜਦੋਂ ਸਾਡੇ ਅੰਦਰ ਆਉਂਦੇ ਨੇ ਤਾਂ ਸਾਡੀਆਂ ਬਿਰਤੀਆਂ ਹੋ ਜਾਂਦੀਆਂ। ਉਹ ਬਿਰਤੀਆਂ ਦੇ ਵਿੱਚ ਉਹ ਬੰਦੇ ਆਪਣੇ ਆਪ ਉਜਾਗਰ ਹੋ ਜਾਂਦੇ, ਯਾਰ ਸਿੱਖ ਹੀ ਹੈ ਨਹੀਂ, ਇਹ ਬੋਲਦਾ ਪਿਆ, ਇਹਦੇ ਸਿੱਖ ਹੀ ਨਹੀਂ। ਐਜੂਕੇਸ਼ਨ ਦੇਖੋ, ਇਹ ਸਾਰੇ ਆਪਣੇ ਪੰਜਾਬ ਦੇ ਵਿੱਚ ਨਾਰਦਰਨ, ਜੇ ਪਾਕਿਸਤਾਨ ਦਾ ਪੰਜਾਬ ਵੀ ਲਾ ਲਈਏ ਅਤੇ ਇੱਧਰ ਦਾ ਵੀ ਸੀ, ਇੱਕ ਯੂਨੀਵਰਸਿਟੀ ਸੀ, ਪੰਜਾਬ ਯੂਨੀਵਰਸਿਟੀ, ਅਤੇ ਇੱਕ ਦੋ ਹੀ ਕਾਲਜ ਸੀ ਖਾਲਸਾ ਕਾਲਜ ਤੋਂ ਪਹਿਲਾਂ, ਅਤੇ ਕਿਸੇ ਨੂੰ ਕੋਈ ਕਿਸਮ ਦਾ ਸ਼ੰਕਾ ਨਹੀਂ ਸੀ। ਅੱਜ 28 ਯੂਨੀਵਰਸਿਟੀਆਂ ਨੇ, ਬੇਅੰਤ ਕਾਲਜ ਨੇ, ਅਤੇ ਸਭ ਸ਼ੰਕੇ 'ਚ ਨੇ ਵੀ ਦਸਮ ਦੀ ਬਾਣੀ ਪੜ੍ਹਨੀ ਕਿ ਨਹੀਂ, ਅਰਦਾਸ ਠੀਕ ਹੈ ਕਿ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਭੱਟ ਬਾਣੀ ਠੀਕ ਹੈ ਕਿ ਨਹੀਂ, ਜਾਂ ਅੰਮ੍ਰਿਤ ਦੀਆਂ ਬਾਣੀਆਂ ਦਾ ਪਾਠ ਕਰਨਾ ਕਿ ਨਹੀਂ, ਇਹ ਅਸੀਂ ਸ਼ੰਕੇ ਨੇ। ਭਾਈ ਬਾਲਾ ਹੋਇਆ ਕਿ ਨਹੀਂ, ਬਸ ਇਸੇ ਗੇੜ ਦੇ ਵਿੱਚ ਪਿਛਲੇ 90 ਸਾਲ ਤੋਂ ਘੁੰਮ ਰਹੇ ਹਾਂ। ਅਤੇ ਦੂਸਰੇ ਪਾਸੇ ਅਸੀਂ ਇਹ ਕਹਿ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਇੱਕ ਐਸੀ ਮਿਸਾਲ ਹੈ ਜਾਂ ਐਸਾ ਗ੍ਰੰਥ ਹੈ ਜਿਸ 'ਚੋਂ ਹਰੇਕ ਸਵਾਲ ਦਾ ਜਵਾਬ ਮਿਲਦਾ। ਅਤੇ ਸਭ ਤੋਂ ਸਾਰਾ ਸਵਾਲ ਵੀ ਸਿੱਖਾਂ ਕੋਲ ਨੇ, ਜਿਹੜਾ ਡਾਇਰੈਕਟ ਐਵੀਡੈਂਸ ਹੈ ਕਿ ਸਿੱਖਾਂ ਨੇ ਪੜ੍ਹਿਆ ਨਹੀਂ, ਜਾਂ ਪੜ੍ਹਿਆ ਅਤੇ ਫਿਰ ਜਿਵੇਂ ਹੁੰਦਾ ਵੀ, ਮੈਂ ਬੜੀ ਵਾਰੀ ਮਿਸਾਲ ਦਿੱਤੀ ਹੈ। ਮੌਲਾਨਾ ਰੂਮੀ ਨੇ ਦੱਸਿਆ ਕਿ ਉਹ ਕਿਸੇ ਨੇ ਕਿਹਾ, ਜੀ ਤੁਸੀਂ ਕਹਿੰਦੇ ਕੁਰਾਨ ਸ਼ਰੀਫ ਪੜ੍ਹਨ ਨਾਲ ਰਸ ਆ ਜਾਂਦਾ। ਮੈਂ 100 ਵਾਰੀ ਕੁਰਾਨ ਪੜ੍ਹੀ, ਮੈਨੂੰ ਤਾਂ ਕੋਈ ਰਸ ਨਹੀਂ ਆਇਆ। ਉਹਨਾਂ ਨੇ ਇੱਕ ਪ੍ਰੈਕਟੀਕਲ ਕਰਨ ਲਈ 101 ਸੇਬ ਮੰਗਾ ਲਏ, 100 ਇੱਕ ਪਾਸੇ ਰੱਖ ਲਿਆ, ਇੱਕ ਪਾਸੇ ਰੱਖਤਾ। ਅਤੇ ਇੱਕ ਬੰਦੇ ਨੂੰ ਕਿਹਾ ਵੀ ਤੂੰ 100 ਸੇਬ ਖਾਣੇ ਆ, ਉਹ ਜਿਹੜਾ ਕਹਿੰਦਾ ਸੀ ਨਾ ਮੈਨੂੰ ਰਸ ਨਹੀਂ ਆਇਆ, ਔਰ ਖਾਣ ਦਾ ਤਰੀਕਾ ਦੱਸਿਆ ਵੀ ਇਹਨੂੰ ਬਸ ਚੱਕ ਮਾਰ ਕੇ ਸੁੱਟ ਦੇਣਾ। ਉਹ ਜੋ ਖਾ ਹਟਿਆ, ਕਹਿੰਦਾ ਕੋਈ ਰਸ ਗਿਆ, ਕਹਿੰਦਾ ਨਾ ਜੀ ਬਿਲਕੁਲ ਨਹੀਂ ਗਿਆ। ਦੂਸਰੇ ਨੂੰ ਸੱਦਿਆ ਵੀ ਇੱਕ ਸੇਬ ਤੂੰ ਖਾਣਾ, ਆਰਾਮ ਨਾਲ ਖਾਣਾ, ਚਬਾ ਕੇ ਖਾਣਾ। ਉਹਨੂੰ ਪੁੱਛਿਆ ਵੀ ਕੋਈ ਰਸ ਗਿਆ, ਕਹਿੰਦਾ ਜੀ ਬਹੁਤ ਰਸ ਗਿਆ। ਇਹ ਧਾਰਮਿਕ ਗ੍ਰੰਥਾਂ ਦੀ ਸਟੱਡੀ ਹੈ, ਇਹ ਰਿਕਾਰਡਡ ਹੈ। ਅਕਬਰ ਦੀ ਗ੍ਰੇਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਅਨਪੜ੍ਹ ਸੀ ਰਾਜਾ। ਉਹਨੇ ਉਪਨਿਸ਼ਦਾਂ ਦੀ ਅਤੇ ਕੁਝ ਜਿਹੜੇ ਸਨਾਤਨ ਧਰਮ ਦੇ ਗ੍ਰੰਥ ਸੀ ਉਹਨਾਂ ਨੂੰ ਫਾਰਸੀ ਜਦੋਂ ਟਰਾਂਸਲੇਟ ਕਰਾਇਆ, ਉਹਨੇ ਰਿਕਾਰਡ ਕੀਤਾ, ਨਾਮ ਵੀ ਦਿੱਤਾ ਬਦਵਨੀ ਉਹਦਾ ਇੱਕ ਟਰਾਂਸਲੇਟਰ ਹੋਇਆ। ਉਹ ਸੁਣ ਰਿਹਾ ਸੀ ਅਤੇ ਉਹਨੂੰ ਕਹਿੰਦਾ ਵੀ ਇਹ ਤੇਰੀ ਤਰਜਮਾ ਗਲਤ ਹੈ। ਉਹ ਕਹਿੰਦਾ ਮਹਾਰਾਜ ਨਾ ਤੁਸੀਂ ਓਰੀਜਨਲ ਪੜ੍ਹਿਆ ਅਤੇ ਨਾ ਤੁਹਾਨੂੰ ਇਹ ਭਾਸ਼ਾ ਆਉਂਦੀ ਹੈ, ਅਤੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦਾ 'ਚ ਰਸ ਖਤਮ ਹੋ ਗਿਆ। ਸੋ ਜਿਹੜੀ ਗੁਰਬਾਣੀ ਹੈ, ਚਾਹੇ ਉਪਨਿਸ਼ਦ ਨੇ, ਚਾਹੇ ਵੇਦ ਨੇ, ਉਹ ਇਸੇ ਧਰਤੀ 'ਤੇ ਰਚੇ ਗਏ ਨੇ। ਇਹ ਪੰਜਾਬ ਦੀ ਧਰਤੀ 'ਤੇ ਸੀ ਰਿਗਵੇਦ ਰਚਿਆ ਗਿਆ। ਬੁੱਧ ਧਰਮ ਦੇ ਜਿੰਨੇ ਧਾਰਮਿਕ ਗ੍ਰੰਥ ਹੈ, ਕਪੂਰਥਲੇ ਆ ਕੇ ਬੁੱਧ ਦੀ ਡੈਥ ਤੋਂ ਬਾਅਦ ਸਾਰੇ ਐਡਿਟ ਕੀਤੇ ਗਏ ਨੇ। ਸੋ ਇਹ ਧਾਰਮਿਕ ਲੜਾਈ ਜਿਹੜੀ ਆ, ਇਹ ਬਾਈਂਡ ਟੂਗੈਦਰ ਹੈ, ਰਿਲੀਜੋ ਵਰਡ ਹੈ ਜਿਹੜਾ, ਟੂ ਬਾਈਂਡ ਟੂਗੈਦਰ। ਅਤੇ ਇਹ ਸਿਆਸਤਦਾਨਾਂ ਨੇ ਲੜਾਉਣ ਲਈ ਬਣਾਈ ਹੋਈ ਹੈ, ਅਤੇ ਇਹਨਾਂ ਤੋਂ ਬਚਣ ਦੀ ਲੋੜ ਹੈ। ਧਰਮ ਦੇ ਕਿਸੇ ਗ੍ਰੰਥ ਨੇ ਤੁਹਾਨੂੰ ਇਹ ਨਹੀਂ ਕਿਹਾ ਵੀ ਇੱਕ ਦੂਜੇ ਨੂੰ ਵੱਢਿਓ। ਯੈਸ, ਹਰੇਕ ਧਰਮ ਦੇ ਗ੍ਰੰਥ 'ਚ ਧਰਮ ਯੁੱਧ ਦੀ ਬਾਤ ਜ਼ਰੂਰ ਹੈ। ਉਹ ਧਰਮ ਗ੍ਰੰਥ ਵਿੱਚ ਜਦੋਂ ਤੁਸੀਂ ਧਰਮ ਯੁੱਧ ਦੀ ਗੱਲ ਸਮਝ ਗਈ, ਜਿਹੜੇ ਵੀ ਧਰਮ ਗ੍ਰੰਥ 'ਚ ਹੈ, ਚਾਹੇ ਕੁਰਾਨ ਸ਼ਰੀਫ 'ਚ ਹੈ, ਚਾਹੇ ਗੁਰੂ ਗ੍ਰੰਥ ਸਾਹਿਬ 'ਚ ਹੈ, ਚਾਹੇ ਦਸਮ ਗ੍ਰੰਥ 'ਚ ਹੈ, ਚਾਹੇ ਬਾਈਬਲ 'ਚ ਹੈ, ਅਤੇ ਉਸ ਦਿਨ ਤੁਸੀਂ ਆਪਣੀ ਲੜਾਈ ਖਤਮ ਕਰ ਦੋਗੇ।
ਇਹ ਲੜਾਈ ਸਿਆਸਤਦਾਨਾਂ ਦੀ ਹੈ। ਇਹਨਾਂ ਦੀ ਕਿਉਂ ਨਹੀਂ ਹਿਊਮੈਨਿਟੀ ਦੀ ਲੜਾਈ ਹੁੰਦੀ? ਕਿਸੇ ਨੇ ਕੋਈ ਕਿਸਾਨਾਂ ਦਾ ਲੀਡਰ ਹੈ, ਕੋਈ ਦਲਿਤਾਂ ਦਾ ਲੀਡਰ ਹੈ, ਕੋਈ ਕਿਸੇ ਦਾ ਲੀਡਰ ਹੈ, ਕੋਈ ਕਿਸੇ ਦਾ ਲੀਡਰ। ਐਵੇਂ ਅੱਜ ਗੁਰੂ ਪੰਥ ਜਿਹੜਾ ਹੈ ਉਹਦੇ 'ਤੇ ਲੋਕਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਕਿ ਆਹ ਮੇਰਾ, ਆਹ ਮੇਰਾ, ਇਹ ਮੇਰੀ ਟਕਸਾਲ ਹੈ, ਆਹ ਮੇਰਾ। ਗੁਰੂ ਪੰਥ ਜਿਹੜਾ ਹੈ ਉਹਦੇ 'ਤੇ ਕਿਸੇ ਦੀ ਕੋਈ ਮੋਹਰ ਨਹੀਂ। ਸੰਪਰਦਾਵਾਂ ਸਾਡੀਆਂ ਬਹੁਤ ਹੈਗੀਆਂ ਔਰ ਬਹੁਤ ਮਾਣਯੋਗ ਨੇ, ਉਹਨਾਂ 'ਤੇ ਜਿੰਨਾ ਮਾਣ ਕੀਤਾ ਜਾ ਓਨਾ ਥੋੜ੍ਹਾ, ਪਰ ਚੱਲਣੀ ਗੁਰੂ ਦੀ ਹੈ। ਮੈਂ ਅੰਤ ਵਿੱਚ ਇੰਨੀ ਕੁ ਬੇਨਤੀ ਕਰਾਂਗਾ ਕਿ ਇਹ ਸੈਮੀਨਾਰ ਹੁੰਦੇ ਨੇ, ਡਾਕਟਰ ਸਾਹਿਬ ਨੇ ਵੀ ਕਿਹਾ ਕਿ ਇਹਦਾ ਮਕਸਦ ਹੀ ਹੁੰਦਾ ਕਿ ਤੁਹਾਨੂੰ ਕੁਛ ਵਿਚਾਰ ਦਿੱਤੇ ਜਾਣ। ਉਹ ਵਿਚਾਰ ਜਿਹੜੇ ਨੇ ਅੱਗੇ ਸੰਗਤ 'ਚ ਉਹਦਾ ਵਰਤਾਰਾ ਹੋਵੇ ਅਤੇ ਇਸ ਦਾ ਕੋਈ ਫਾਇਦਾ ਹੋਵੇ। ਅਤੇ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ ਇਸ ਸਥਾਨ ਦੀ ਕਿ ਜਿੰਨੇ ਵੀ ਆਥਰਸ ਇੱਥੋਂ ਆਨਰ ਕੀਤੇ ਗਏ ਨੇ ਉਹ ਸ਼ਾਇਦ ਲੁਧਿਆਣੇ 'ਚ ਕਿਤੇ ਸਥਾਨ ਤੋਂ ਨਹੀਂ ਹੋਏ। ਸੈਮੀਨਾਰ ਜਿੰਨੇ ਹੁੰਦੇ ਨੇ ਉਹਨਾਂ ਦੀ ਬੁੱਕ ਨਾਲ ਛਪ ਜਾਂਦੀ ਹੈ ਅਤੇ ਪਬਲਿਕ 'ਚ ਉਹ ਵਿਚਾਰ ਪਹੁੰਚ ਜਾਂਦੇ ਨੇ। ਜਦੋਂ ਪਬਲਿਕ 'ਚ ਵਿਚਾਰ ਪਹੁੰਚ ਜਾਂਦੇ ਨੇ, ਅੱਗੇ ਪਬਲਿਕ ਨੇ ਦੇਖਣਾ ਕਿ ਵੀ ਇਹਨਾਂ 'ਚੋਂ ਮੈਂ ਕੀ ਗ੍ਰਹਿਣ ਕਰਨਾ। ਅੱਛੀਆਂ ਚੀਜ਼ਾਂ ਗ੍ਰਹਿਣ ਕਰੋ ਅਤੇ ਮਾੜੀਆਂ ਚੀਜ਼ਾਂ ਤਿਆਗ ਕਰੋ। ਇਹੀ ਸਰਬੱਤ ਦੇ ਭਲੇ ਦਾ ਸਭ ਤੋਂ ਵੱਡਾ ਸਿਧਾਂਤ ਹੈ, ਹੋਰ ਕੁਛ ਨਹੀਂ। ਕਿਸੇ ਧਰਮ ਨਾਲ ਵੈਰ ਨਹੀਂ, ਕਿਸੇ ਭਾਸ਼ਾ ਨਾਲ ਵੈਰ ਨਹੀਂ। ਇਹ ਸਾਨੂੰ ਉਹਨਾਂ ਨੇ, ਜਿਹੜੀ ਸਾਡੇ ਗੁਰੂਆਂ ਨੇ, ਸਾਡੇ ਰਿਸ਼ੀ ਮੁਨੀਆਂ ਸੰਤਾਂ ਨੇ ਦਿੱਤੀ ਹੈ ਇੱਕ ਸਿੱਖਿਆ, ਉਹ ਸਾਨੂੰ ਅਸੀਂ ਗ੍ਰਹਿਣ ਕਰੀਏ। ਇਹੀ ਬਹੁਤ ਵਧੀਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।